तो आज हम स्टार्ट करने वाले हैं पंजाबी की क्लास आम बोली ਤੇ ਟਕਸਾਲੀ ਬੋਲੀ। ਸਾਰਿਆਂ ਤੋਂ ਪਹਿਲਾਂ ਆਪਾਂ ਵੇਖਾਂਗੇ ਇਹਦੇ ਵਿੱਚ ਕਿ ਭਾਸ਼ਾ ਜਾਂ ਬੋਲੀ ਹੁੰਦੀ ਕੀ ਹੈ। ਠੀਕ ਹੈ, ਉਸ ਤੋਂ ਬਾਅਦ ਧੀਰੇ ਧੀਰੇ ਜਿਵੇਂ ਜਿਵੇਂ ਆਪਾਂ ਡੀਪ ਜਾਵਾਂਗੇ ਉਵੇਂ ਉਵੇਂ ਤੁਹਾਨੂੰ ਸਾਰਾ ਮੈਟਰ ਸਮਝ ਆਉਂਦਾ ਰਹੂਗਾ। ਤੇ ਸਾਰਿਆਂ ਤੋਂ ਪਹਿਲਾਂ ਆਉਂਦਾ ਭਾਸ਼ਾ ਜਾਂ ਬੋਲੀ। ਭਾਸ਼ਾ ਜਾਂ ਬੋਲੀ ਹੁੰਦਾ ਕੀ ਹੈ, ਜਿਹੜੀ ਵੀ ਆਪਾਂ ਨੋਰਮਲ ਜੀਵਨ ਦੇ ਵਿੱਚ ਬੋਲਦੇ ਹਾਂ ਉਹ ਹੁੰਦੀ ਹੈ ਭਾਸ਼ਾ। ठीक है, भाषा दो तरह की या बोली दो तरह की हो सकती है, जिमें एक होंगी आम बोली, एक होंगी है खास बोली। उस तो बाद आता पंजाबी जी भाषा है अनुच्छेद 343 के 22 भाषावां शामिल की गई हैं, जिन्हें पंजाबी भी शामिल की गई है। उस तो बाद जी आ पंजाबी है इनकी 4 उपभाषावां हैं। किहड़ियां 4 उपभाषावां है, जिन्हें सारे तो पहली आती है माझी। माझी एक भाषा है जी पंजाबी केंद्रित है, मतलब कि पंजाबी पंजाब ਦੇ ਵਿੱਚ ਜਿਹੜੀ ਸੈਂਟਰ ਤੇ ਬੋਲੀ ਜਾਂਦੀ ਹੈ ਉਹ ਕਿਹੜੀ ਹੈ, ਉਹ ਤੁਹਾਡੀ ਭਾਸ਼ਾ ਹੈ ਮਾਝੀ। ਠੀਕ ਹੈ, ਉਸ ਤੋਂ ਬਾਅਦ ਅੱਗੇ ਜਿਵੇਂ ਦੇਖਦੇ ਹਾਂ, ਉਸ ਤੋਂ ਬਾਅਦ ਹੈਗੀ ਹੈ ਮਲਵਈ ਭਾਸ਼ਾ। ਤੇ ਮਲਵਈ ਭਾਸ਼ਾ ਜਿਹੜੀ ਹੈ ਉਹ ਸਤਲੁਜ ਤੇ ਪਰਲੇ ਇਲਾਕੇ ਵਾਲੇ ਖੇਤਰਾਂ 'ਚ ਕਿਹੜੀ ਬੋਲੀ ਜਾਂਦੀ ਹੈ, ਮਲਵਈ ਭਾਸ਼ਾ ਬੋਲੀ ਜਾਂਦੀ ਹੈ। ਉਸ ਤੋਂ ਬਾਅਦ ਆਉਂਦੀ ਹੈ ਦੁਆਬੀ ਭਾਸ਼ਾ। ਦੁਆਬੀ ਭਾਸ਼ਾ ਬਿਆਸ ਤੇ ਸਤਲੁਜ ਦੇ ਇਲਾਕੇ ਵਾਲੇ ਪਾਸੇ ਬੋਲੀ ਜਾਂਦੀ ਹੈ, ਦੁਆਬੀ ਭਾਸ਼ਾ। ਉਸ ਤੋਂ ਬਾਅਦ ਆਉਂਦੀ ਹੈ ਤੁਹਾਡੀ ਅਗਲੀ ਭਾਸ਼ਾ ਪੁਆਧੀ ਭਾਸ਼ਾ। ਪੁਆਧੀ ਭਾਸ਼ਾ ਜਿਹੜੀ ਹੈ ਉਹ ਤੁਹਾਡੀ ਅੰਬਾਲਾ, ਪਟਿਆਲਾ, ਰੋਪੜ ਇਸ ਥਾਂ ਤੇ ਬੋਲੀ ਜਾਂਦੀ ਹੈ। ਉਸ ਤੋਂ ਬਾਅਦ ਆਉਂਦੀ ਹੈ ਪਾਕਿਸਤਾਨ ਵਿੱਚ ਜਿਵੇਂ ਕਿ ਆ ਭਾਸ਼ਾ ਬੋਲੀ ਜਾਂਦੀ ਹੈ ਤਾਂ ਉਹ ਕਿਹੜੀ ਹੈ ਉਹ ਵੀ ਆਪਾਂ ਦੇਖ ਲੈਂਦੇ ਹਾਂ। ਉਸ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਜਿਹੜੀ ਆ ਭਾਸ਼ਾ ਬੋਲੀ ਜਾਂਦੀ ਹੈ ਉਹ ਹੈਗੀ ਆ ਪੋਠੋਹਾਰੀ ਭਾਸ਼ਾ, ਜਿਹੜੀ ਰਾਵਲਪਿੰਡੀ ਦੇ ਇਲਾਕੇ ਵਾਲੇ ਪਾਸੇ ਬੋਲੀ ਜਾਂਦੀ ਹੈ। ਤੇ ਪਾਕਿਸਤਾਨ ਦੇ ਵਿੱਚ ਇੱਕ ਹੋਰ ਭਾਸ਼ਾ ਬੋਲੀ ਜਾਂਦੀ ਹੈ ਜਿਸ ਦਾ ਨਾਮ ਹੈ ਮੁਲਤਾਨੀ ਭਾਸ਼ਾ। ਗਾਜੀ ਖਾਂ ਤੇ ਬਹਾਵਲਪੁਰ ਜਿਹੜੀ ਥਾਂ ਹੈ ਉੱਥੇ ਆ ਭਾਸ਼ਾ ਬੋਲੀ ਜਾਂਦੀ ਹੈ ਮੁਲਤਾਨੀ ਭਾਸ਼ਾ। ਪੰਜਾਬੀ ਦਾ ਹੀ ਇੱਕ ਤਰ੍ਹਾਂ ਤੋਂ ਆਪਾਂ ਉਪਭਾਸ਼ਾਵਾਂ ਮੰਨਦੇ ਹਾਂ। ਉਸ ਤੋਂ ਬਾਅਦ ਆਉਂਦੀ ਹੈ ਗੁਰਮੁਖੀ ਲਿਪੀ। ਤੇ ਗੁਰਮੁਖੀ ਲਿਪੀ ਜਿਹੜੀ ਹੈ ਉਹਦਾ ਪਹਿਲਾ ਨਾਂ ਕੀ ਸੀ, ਅਰਧ ਨਾਗਰੀ ਸੀ। ਸ਼ਾਰਦਾ ਪਲੱਸ ਨਾਗਰ ਤੋਂ ਮਿਲ ਕੇ ਆ ਬਣੀ ਹੋਈ ਸੀ। ਇਸ ਵਿੱਚ ਸੁਧਾਰ ਗੁਰੂ ਅੰਗਦ ਦੇਵ ਜੀ ਨੇ ਕੀਤਾ। ਮੂਲ ਰੂਪ ਵਿੱਚ 35 ਅੱਖਰ ਹਨ, 5 ਬਾਅਦ ਵਿੱਚ ਸ਼ਾਮਲ ਹੋਏ ਤੇ ਉਸ ਤੋਂ ਬਾਅਦ ਇੱਕ ਹੋਰ ਅੱਖਰ ਸ਼ਾਮਿਲ ਕਰ ਦਿੱਤਾ ਗਿਆ ਤੇ ਅੱਜ ਆਪਣੀ ਪੰਜਾਬੀ ਭਾਸ਼ਾ ਦੇ ਵਿੱਚ 41 ਅੱਖਰ ਹਨ, ਜਿਨ੍ਹਾਂ ਵਿੱਚ ਜਿਹੜੇ 5 ਅੱਖਰ ਬਾਅਦ 'ਚ ਸ਼ਾਮਿਲ ਕੀਤੇ ਗਏ ਹਨ ਉਹਦੇ 'ਚ ਹੈ ਸ਼, ਖ, ਗ, ਜ ਤੇ ਫ। ਆ ਹੈਗੇ ਜਿਹੜੇ ਆ ਫਾਰਸੀ ਪ੍ਰਭਾਵ ਤੋਂ ਆਏ ਗਏ 5 ਸ਼ਬਦ ਹਨ। ਉਸ ਤੋਂ ਬਾਅਦ ਜਿਹੜਾ ਲੈ ਸ਼ਬਦ ਹੈ ਆ ਆਪਣਾ ਪੰਜਾਬੀ ਭਾਸ਼ਾ ਵਿਭਾਗ 1960 ਦੇ ਵਿੱਚ ਲੈ ਜਿਹੜਾ ਵਰਡ ਹੈ ਇਹਨੂੰ ਆਪਾਂ ਕਹਿ ਸਕਦੇ ਹਾਂ ਖੋਜਿਆ ਗਿਆ ਸੀ। ਉਸ ਤੋਂ ਬਾਅਦ ਇਹਦਾ ਪੈਰ ਬਿੰਦੀ ਨੂੰ ਨੁਕਤਾ ਕਿਹਾ ਜਾਂਦਾ ਹੈ। ਪੈਰ ਬਿੰਦੀ ਜਿਹੜੀ ਹੁੰਦੀ ਹੈ ਜਿਵੇਂ ਸ਼ੈ ਦੇ ਥੱਲੇ ਲੱਗੀ ਹੋਈ ਹੈ, ਖੈ ਦੇ ਥੱਲੇ ਲੱਗੀ ਹੋਈ ਹੈ, ਇਹਨੂੰ ਆਪਾਂ ਕੀ ਕਹਿੰਦੇ ਹਾਂ, ਨੁਕਤਾ ਕਹਿੰਦੇ ਹਾਂ। ਉਸ ਤੋਂ ਬਾਅਦ ਆਪਾਂ ਥੱਲੇ ਚੱਲਦੇ ਹਾਂ, ਜਿਵੇਂ ਕਿ ਮਾਤਰਾਵਾਂ ਤੇ ਲੱਗਾਂ ਕੀ ਹੁੰਦੀਆਂ ਹਨ। ਮਾਤਰਾਵਾਂ ਤੇ ਲੱਗਾਂ ਆਪਾਂ ਹਿੰਦੀ 'ਚ ਜਿਹੜੀਆਂ ਮਾਤਰਾਵਾਂ ਦੇਖਦੇ ਹਾਂ ਉਹੀ ਮਾਤਰਾਵਾਂ ਹੁੰਦੀਆਂ ਹਨ ਤੇ ਇਹਦੇ ਵਿੱਚ ਲੱਗਾਂ ਕਿਹਾ ਜਾਂਦਾ ਹੈ। ਲੱਗਾਂ ਕੀ ਹੁੰਦੀਆਂ ਹਨ, ਜਿਵੇਂ ਮੁਕਤਾ ਹੁੰਦਾ ਹੈ, ਕਰਨਾ ਹੁੰਦਾ ਹੈ, ਸਿਆਰੀ, ਬਿਆਰੀ, ਔਂਕੜ, ਦੁਲੈਂਕੜ, ਲਾਵਾਂ, ਦੁਲਾਵਾਂ, ਹੋੜਾ, ਕਨੋੜਾ। 10 ਲਗਾਵਾਂ ਹੁੰਦੀਆਂ ਹਨ। ਅਗਰ ਤੁਹਾਡੇ ਤੋਂ ਪੁੱਛਿਆ ਜਾਵੇ ਪੰਜਾਬੀ ਵਿੱਚ ਕਿੰਨੀਆਂ ਲਗਾਵਾਂ ਹਨ ਤੇ ਤੁਸੀਂ ਕੀ ਕਹੋਗੇ, 10 ਲਗਾਵਾਂ ਹੁੰਦੀਆਂ ਹਨ। ਤੇ ਉਸ ਤੋਂ ਬਾਅਦ ਆਉਂਦੇ ਆ ਲਗਾਖਰ। ਲਗਾਖਰ ਕਿਹੜੇ ਹੁੰਦੇ ਆ, ਜਿਵੇਂ ਅੱਧਕ, ਟਿੱਪੀ, ਬਿੰਦੀ, ਜਿਵੇਂ ਤੁਹਾਨੂੰ ਵੇਖਣ ਨੂੰ ਮਿਲਦੀ ਹੈ, ਜਿਵੇਂ ਆ ਬਿੰਦੀ ਲੱਗੀ ਹੋਈ ਹੈ ਅੰਗਲ 'ਚ। ਠੀਕ ਹੈ, ਅੱਧਕ ਲੱਗਾ ਹੋਇਆ ਆ ਦੇਖ ਸਕਦੇ ਹੋ ਉੱਤੇ। ਆ ਸਾਰੇ ਕੀ ਹੁੰਦੇ ਹਨ, ਲਗਾਖਰ ਹੁੰਦੇ ਹਨ। ਉਸ ਤੋਂ ਬਾਅਦ ਹੈ ਵਿਆਕਰਣ। ਵਿਆਕਰਣ ਦੀ ਸਾਰਿਆਂ ਤੋਂ ਛੋਟੀ ਇਕਾਈ ਧੁਨੀ ਹੈ। ਤੁਹਾਡੇ ਤੋਂ ਜੇ ਕੁਐਸਚਨ ਪੁੱਛ ਲਿਆ ਜਾਂਦਾ ਹੈ ਕਿ ਪੰਜਾਬੀ ਦੇ ਵਿੱਚ ਸਾਰਿਆਂ ਤੋਂ ਛੋਟੀ ਇਕਾਈ ਕੀ ਹੈ ਤਾਂ ਉਹ ਕੀ ਹੈ, ਧੁਨੀ ਹੈ। ਤੇ ਸਾਰਿਆਂ ਤੋਂ ਵੱਡੀ ਵਾਕ ਹੈ। ਸਾਰਿਆਂ ਤੋਂ ਵੱਡੀ ਕੀ ਹੈ, ਵਾਕ ਹੈ। ਸਾਰਿਆਂ ਤੋਂ ਛੋਟੀ ਕੀ ਹੈ, ਧੁਨੀ ਹੈ। ਤੇ ਉਸ ਤੋਂ ਬਾਅਦ ਆਉਂਦੇ ਆ ਵਿਅੰਜਨ। ਵਿਅੰਜਨ ਜਿਹੜੇ ਆ ਉਹ 3 ਤਰ੍ਹਾਂ ਦੇ ਆ, ਸਪਰਸ਼ੀ, ਅੰਤਸਥ ਤੇ ਊਸ਼ਮ ਵਿਅੰਜਨ ਹੁੰਦੇ ਹਨ। ਸਵਰ ਜਿਹੜੇ ਆ ਉਹਦੇ 'ਚ 10 ਸਵਰ ਧੁਨੀਆਂ ਹੁੰਦੀਆਂ ਹਨ। 3 ਹੁੰਦੀਆਂ ਹਨ ਹਸਰਵ ਧੁਨੀਆਂ ਤੇ 7 ਹੁੰਦੀਆਂ ਹਨ ਦੀਰਘ ਸਵਰ ਧੁਨੀਆਂ। ਹਸਰਵ ਦੇ ਮਤਲਬ ਕੀ ਹੁੰਦਾ, ਜਿਹੜੀ ਛੋਟੇ ਰੂਪ 'ਚ ਬੋਲੀ ਜਾਂਦੀਆਂ, ਮਤਲਬ ਕਿ ਜਿਹਦੇ ਤੇ ਘੱਟ ਆਪਾਂ ਨੂੰ ਜ਼ੋਰ ਲਾਉਣਾ ਪੈਂਦਾ, ਉਹ ਹੁੰਦੀਆਂ ਹਸਵ ਸਵਰ ਧੁਨੀਆਂ। ਤੇ ਦੀਰਘ ਸਵਰ ਧੁਨੀਆਂ ਉਹ ਹੁੰਦੀਆਂ ਹਨ ਜਿਹਦੇ ਤੇ ਆਪਾਂ ਨੂੰ ਜ਼ਿਆਦਾ ਜ਼ੋਰ ਲਾਉਣਾ ਪੈਂਦਾ। ਉਸ ਤੋਂ ਇਲਾਵਾ ਵਿਆਕਰਣ ਦੇ 3 ਅੰਗ ਦੱਸੇ ਗਏ ਹਨ, ਜਿਹਦੇ ਵਿੱਚ ਵਰਨਬੋਧ, ਸ਼ਬਦਬੋਧ, ਵਾਕਬੋਧ ਆਉਂਦੇ ਹਨ। ਹੁਣ ਆਪਾਂ ਵੇਖਦੇ ਹਾਂ ਕਿ ਵਰਨਬੋਧ ਜਾਂ ਸ਼ਬਦਬੋਧ ਕੀ ਹੁੰਦੇ ਹਨ ਜਾਂ ਵਾਕਬੋਧ ਕੀ ਹੁੰਦੇ ਹਨ। ਇਸ ਤੋਂ ਇਲਾਵਾ ਵਿਅੰਜਨ ਜਿਹੜੇ ਹੁੰਦੇ ਆ ਉਹਨਾਂ ਦੇ ਕਿਹੜੇ ਕਿਹੜੇ ਵਿਅੰਜਨਾਂ ਦੇ ਪ੍ਰਕਾਰ ਹਨ। ਠੀਕ ਹੈ, ਤਾਂ ਪੂਰੀ ਡਿਟੇਲ ਅੱਜ ਆਪਾਂ ਵੇਖਾਂਗੇ। ਉਸ ਤੋਂ ਬਾਅਦ ਆਉਂਦੀ ਹੈ ਲਗਾ। ਲਗਾ ਜਿਹੜੀ ਆ ਉਹਦੇ ਵਿੱਚ ਹਸਵ, ਜਿਹੜੀਆਂ ਮੈਂ ਤੁਹਾਨੂੰ ਦੱਸਿਆ ਹਸਵ ਸਵਰ ਲੱਗਾ ਹੁੰਦੀਆਂ ਜਿਹੜੀਆਂ ਉਹ 3 ਹੁੰਦੀਆਂ ਹਨ, ਜਿਹਦੇ ਵਿੱਚ ਮੁਕਤਾ, ਨਾਂਵ, ਪੜ੍ਹਨਾਂਵ, ਸਿਆਰੀ, ਵਿਸ਼ੇਸ਼ਣ, ਔਂਕੜ ਕਿਰਿਆ ਵਿਸ਼ੇਸ਼ਣ, ਆ ਤਿੰਨੋਂ ਸੰਬੰਧਕ ਤੇ ਆਉਂਦੀਆਂ ਹਨ। ਯੋਜਕ ਉਸ ਤੋਂ ਨੂੰ ਬਾਅਦ ਯਾਦ ਦੀਰਘ ਕਰਨ ਦੀ ਜਿਹੜੀਆਂ ਹੁੰਦੀਆਂ ਜਿਹੜੀ ਹਨ ਉਹਦੇ ਟ੍ਰਿਕ 'ਚ ਹੈ ਉਹ ਹੈ 7 ਲਗਾਂ ਹੁੰਦੀਆਂ ਹਨ। ਤੇ 565 ਉਸ ਤੇ ਤੋਂ ਬਾਅਦ ਆਉਂਦੀ ਹੈ ਨਾਵ। 832। ਨਾਵ, 565 ਤੇ ਪੜ੍ਹਨਾਂਵ, ਵਿਸ਼ੇਸ਼ਣ, 832 ਕਿਰਿਆ ਕਿਵੇਂ ਹੈ, ਵਿਸ਼ੇਸ਼ਣ ਜਿਵੇਂ ਤੇ 5 ਸੰਬੰਧਕ ਯੋਜਕ, ਨਾਂਵ ਦੇ ਭੇਦ ਇਹਨਾਂ ਹੋ ਨੂੰ ਗਏ, ਯਾਦ ਕਰਨ ਦੀ ਪੜ੍ਹਨਾਂਵ ਦੇ ਇੱਕ 6 ਔਖੀ ਭੇਦ ਹੋ ਟ੍ਰਿਕ ਗਏ, ਕੀ ਆ, ਵਿਸ਼ੇਸ਼ਣ ਦੇ ਇਹਦੇ 5 ਪਿੱਛੇ ਭੇਦ ਮੈਂ ਹੋ ਗਏ, ਲਿਖਿਆ ਕਿਰਿਆ ਹੋਇਆ ਵਿਸ਼ੇਸ਼ਣ ਦੇ 8 20 ਮਿੰਟ। ਭੇਦ ਹੋ ਗਏ, ਸੰਬੰਧਕ ਦੇ 3 ਇਸ ਭੇਦ ਤੋਂ ਹੋ ਗਏ ਬਾਅਦ ਤੇ ਯੋਜਕ ਦੇ 2 ਭੇਦ ਹੋ ਗਏ। ਤਾਂ ਇਹਨੂੰ ਤੁਸੀਂ ਆਸਾਨੀ ਨਾਲ ਯਾਦ ਕਰ ਸਕਦੇ ਹੋ।
ਹੁੰਦੇ ਨੇ ਯੋਜਕ, ਤੇ ਯੋਜਕ ਦੋ ਹੁੰਦੇ ਨੇ, ਇੱਕ ਹੁੰਦਾ ਸਮਾਨ ਯੋਜਕ ਤੇ ਇੱਕ ਹੁੰਦਾ ਅਧੀਨ ਯੋਜਕ। ਆ ਵੀ ਤੁਹਾਨੂੰ ਅੱਗੇ ਦੀ ਜਿਹੜੀ ਆਪਣੀ ਕਲਾਸ ਹੋਊਗੀ ਉਹਦੇ ਵਿੱਚ ਆਪਾਂ ਡਿਸਕਸ ਕਰਾਂਗੇ। ਉਸ ਤੋਂ ਬਾਅਦ ਆਉਂਦੀ ਹੈ ਵਿਧੀਆਂ। ਵਿਧੀਆਂ ਦਾ ਮਤਲਬ ਹੈ ਕਿ ਆਪਾਂ ਕੁਛ ਵਿਧੀਆਂ ਅਜਿਹੀਆਂ ਹੁੰਦੀਆਂ ਜਿਹੜੀ ਆਪਾਂ ਪੜ੍ਹਨਾ ਸਿਖਾਉਣ ਵਿੱਚ ਯੂਜ਼ ਕਰਦੇ ਹਾਂ, ਕੁਛ ਵਿਧੀਆਂ ਅਜਿਹੀਆਂ ਹੁੰਦੀਆਂ ਜਿਹੜੀ ਆਪਾਂ ਲਿਖਣਾ ਸਿਖਾਉਣ ਦੇ ਵਿੱਚ ਯੂਜ਼ ਕਰਦੇ ਹਾਂ। ਆ ਜਿਹੜੀ ਸਾਰੇ ਤੋਂ ਪਹਿਲੇ ਦੀਆਂ ਤੁਹਾਨੂੰ 4 ਵਿਧੀਆਂ ਦਿਖਾਈ ਜਾ ਰਹੀਆਂ ਹਨ, ਇਹਦੇ ਵਿੱਚ ਹੈ ਸਮਝਾਉਣ ਦੀਆਂ ਵਿਧੀਆਂ, ਮਤਲਬ ਕਿ ਜਦੋਂ ਟੀਚਰ ਪੜ੍ਹਾਉਂਦਾ ਤਾਂ ਉਹ ਕਿਸ ਵਿਧੀ ਦੇ ਥਰੂ ਪੜ੍ਹਾਉਂਦਾ ਹੈ ਉਹਦੀ ਗੱਲ ਕੀਤੀ ਜਾਂਦੀ ਹੈ। ਤਾਂ ਇਹਦੇ ਵਿੱਚ ਸਾਰੇ ਤੋਂ ਪਹਿਲੀ ਵਿਧੀ ਹੈ ਗੀਤ ਨਾਟ ਵਿਧੀ। ਗੀਤ ਨਾਟ ਵਿਧੀ ਇਹ ਜੀ ਵਿਧੀ ਹੈ ਜਿਹਦੇ ਵਿੱਚ ਕੀ ਹੈ, ਕਵਿਤਾ ਜੇ ਪੜ੍ਹਾਈ ਜਾਂਦਾ ਹੈ ਮਾਸਟਰ ਤਾਂ ਉਹ ਗੀਤ ਵਾਂਗੂ ਗਾ ਕੇ ਉਹਨਾਂ ਬੱਚਿਆਂ ਦੇ ਸਾਹਮਣੇ ਪੇਸ਼ ਕਰ ਸਕਦਾ ਹੈ, ਨਾਟਕ ਵਾਂਗੂ ਉਹਨਾਂ ਦੇ ਸਾਹਮਣੇ ਵੀ ਪੇਸ਼ ਕਰ ਸਕਦਾ, ਉਹਨੂੰ ਕਹਿੰਦੇ ਆਪਾਂ ਗੀਤ ਨਾਟ ਵਿਧੀ। ਉਸ ਤੋਂ ਬਾਅਦ ਅਰਥਬੋਧ ਵਿਧੀ। ਅਰਥਬੋਧ ਵਿਧੀ ਵਿੱਚ ਕੀ ਹੁੰਦਾ ਕਿ ਜਿਵੇਂ ਕੋਈ ਵੀ ਅਗਰ ਕਵਿਤਾ ਪੜ੍ਹਾਈ ਜਾਂਦਾ ਜਾਂ ਕੋਈ ਵੀ ਲੈਸਨ ਪੜ੍ਹਾਈ ਜਾਂਦਾ ਤੇ ਉਹਦੇ ਵਿੱਚ ਜਿਹੜੇ ਵੀ ਸ਼ਬਦਾਂ ਦਾ ਅਰਥ ਕਠਿਨ ਹੁੰਦਾ ਉਹਨੂੰ ਬੱਚਿਆਂ ਨੂੰ ਸਮਝਾਇਆ ਜਾਂਦਾ, ਉਹ ਹੁੰਦੀ ਹੈ ਅਰਥਬੋਧ ਵਿਧੀ। ਉਸ ਤੋਂ ਬਾਅਦ ਤੀਜੀ ਆਉਂਦੀ ਹੈ ਵਿਆਖਿਆ ਵਿਧੀ। ਵਿਆਖਿਆ ਵਿਧੀ 'ਚ ਨੋਰਮਲ ਆਈ ਹੁੰਦਾ ਕਿ ਜਿਵੇਂ ਕੋਈ ਵੀ ਕਵਿਤਾ ਦੀਆਂ 4 ਲਾਈਨਾਂ ਪੜ੍ਹਤੀਆਂ, 4 ਲਾਈਨਾਂ ਪੜ੍ਹਨ ਤੋਂ ਬਾਅਦ ਉਹਦੀ ਪੂਰੀ ਡਿਟੇਲ ਦੱਸ ਦੇਣੀ ਕਿ ਇਸ ਕਵਿਤਾ ਦੇ ਵਿੱਚ ਕਵੀ ਕੀ ਆਖਦਾ, ਉਹ ਚੀਜ਼ਾਂ ਹੁੰਦੀਆਂ ਵਿਆਖਿਆ ਵਿਧੀ। ਉਸ ਤੋਂ ਬਾਅਦ ਆਉਂਦੀ ਹੈ ਵਿਆਸ ਵਿਧੀ। ਤਾਂ ਵਿਆਸ ਵਿਧੀ ਜਿਹੜੀ ਆ ਵਿਸਤਾਰ ਤੋਂ ਦੱਸਣਾ ਹੁੰਦਾ, ਮਤਲਬ ਕਿ ਖੁੱਲ੍ਹ ਕੇ ਪੂਰੀ ਡਿਟੇਲ ਨੂੰ ਦੱਸਣਾ, ਉਹ ਹੁੰਦੀ ਹੈ ਵਿਸਤਾਰ ਵਿਧੀ। ਉਸ ਤੋਂ ਬਾਅਦ ਆਉਂਦੀ ਹੈ ਲਿਖਣਾ ਸਿਖਾਉਣ ਦੀ ਵਿਧੀਆਂ। ਲਿਖਣਾ ਸਿਖਾਉਣ ਦੀ ਵਿਧੀਆਂ ਸਾਰੇ ਤੋਂ ਜ਼ਿਆਦਾ ਇੰਪੋਰਟੈਂਟ ਹੈ, ਕਈ ਵਾਰ ਪੇਪਰ 'ਚ ਪੁੱਛ ਲਿਆ ਜਾਂਦੀਆਂ। ਤੇ ਲਿਖਣਾ ਸਿਖਾਉਣ ਦੀ ਵਿਧੀਆਂ 'ਚ ਸਾਰੇ ਤੋਂ ਪਹਿਲੀ ਵਿਧੀ ਹੈ ਵਰਨਮਾਲਾ। ਵਰਨਮਾਲਾ ਦੇ ਵਿੱਚ ਕੀ ਹੁੰਦਾ ਹੈ ਕਿ ਪਹਿਲਾਂ ਸੌਖੇ ਅੱਖਰ ਫਿਰ ਔਖੇ ਅੱਖਰ, ਮਤਲਬ ਕਿ ਪਹਿਲਾਂ ਜਿਹੜੇ ਸੌਖੇ ਅੱਖਰ ਬੰਦੇ ਆ ਜਿਵੇਂ ਕ ਹੋਇਆ, ਖ ਹੋਇਆ, ਖ ਤੋਂ ਫਿਰ ਅੱਗੇ ਸਿਖਾਉਂਦੇ ਆ, ਉਸ ਤਰੀਕੇ ਤੋਂ ਸਿਖਾਇਆ ਜਾਂਦਾ। ਪਹਿਲਾਂ ਸੌਖੇ ਵਰਡ ਸਿਖਾਉਣਗੇ ਫਿਰ ਔਖੇ ਵਰਡ ਸਿਖਾਏ ਜਾਂਦੇ ਆ। ਉਸ ਤੋਂ ਬਾਅਦ ਹੁੰਦਾ ਊੜਾ ਐੜਾ ਵਿਧੀ। ਤੇ ਇਹਦੇ ਵਿੱਚ ਕੀ ਹੁੰਦਾ, ਊੜੇ ਤੋਂ ਲੈ ਕੇ ਊੜਾ ਐੜਾ ਈੜੀ ਸੱਸਾ ਹਾ ਕੱਕਾ ਕੱਕਾ, ਉਸ ਤਰੀਕੇ ਤੋਂ ਸਿਖਾਈ ਜਾਂਦੀ ਹੈ, ਉਹਨੂੰ ਊੜਾ ਐੜਾ ਵਿਧੀ ਕਹਿੰਦੇ ਆ। ਉਸ ਤੋਂ ਬਾਅਦ ਤੀਜੀ ਜਿਹੜੀ ਆ ਉਹ ਹੈ ਅੱਖਰ ਜੁੱਟ ਵਿਧੀ। ਅੱਖਰ ਜੁੱਟ ਵਿਧੀ ਜਿਹੜੀ ਹੁੰਦੀ ਹੈ ਜਿਹਦੇ ਵਿੱਚ ਅੱਖਰਾਂ ਦੀ ਜੁੱਟ ਤੋਂ ਬਣਾਇਆ ਜਾਂਦਾ। ਜਿਵੇਂ ਅੱਖਰ ਜੁੱਟ ਵਿਧੀ ਦਾ ਮਤਲਬ ਹੈ ਕਿ ਬੱਚਿਆਂ ਨੂੰ ਪਹਿਲਾਂ ਪੈ ਸਿਖਾਇਆ ਜਾਊਗਾ, ਪੈ ਕਿਵੇਂ ਬਣਾਉਂਦੇ ਆ, ਫਿਰ ਪੈ ਤੋਂ ਉਹ ਖੈ ਤੇ ਲਿਆਉਣਗੇ, ਖੈ ਤੋਂ ਫਿਰ ਥੈ ਤੇ ਲਿਆਉਣਗੇ, ਮਤਲਬ ਕਿ ਜਿਹੜੇ ਅੱਖਰ ਮੈਚ ਕਰਦੇ ਹੁੰਦੇ ਆ ਉਹਨਾਂ ਨੂੰ ਪਹਿਲਾਂ ਕਰਵਾਇਆ ਜਾਂਦਾ ਹੈ ਤਾਂ ਕਿ ਬੱਚਾ ਆਸਾਨੀ ਨਾਲ ਸਿੱਖ ਸਕੇ। ਉਸ ਤੋਂ ਬਾਅਦ ਆਉਂਦੀ ਹੈ ਮੋਂਟੈਸਰੀ ਵਿਧੀ। ਤੇ ਮੋਂਟੈਸਰੀ ਵਿਧੀ ਹੈ ਜਿਹੜੀ ਉਹਦੇ ਵਿੱਚ ਕੀ ਹੈ, ਬੱਚੇ ਨੂੰ ਕਲਮ ਫੜਨ ਤੋਂ ਬਣਤਰ ਸਿਖਾਈ ਜਾਂਦੀ ਹੈ ਕਿ ਕਲਮ ਨੂੰ ਕਿਵੇਂ ਫੜਨਾ ਹੈ, ਕਿਸ ਤਰੀਕੇ ਤੋਂ ਉਹਦੀ ਆਕ੍ਰਿਤੀ ਬਣਾਉਣੀ ਹੈ, ਉਹ ਚੀਜ਼ਾਂ ਸਿਖਾਈਆਂ ਜਾਂਦੀਆਂ ਹਨ ਮੋਂਟੈਸਰੀ ਵਿਧੀ 'ਚ। ਉਸ ਤੋਂ ਬਾਅਦ ਆਉਂਦੀ ਹੈ ਪੈਸਟੋਲੋਜੀ ਵਿਧੀ। ਪੈਸਟੋਲੋਜੀ 'ਚ ਜਿਹੜਾ ਹੁੰਦਾ ਸਰਲ ਤੋਂ ਕਠਿਨ ਹੈ, ਜਿਵੇਂ ਕਿ ਪਹਿਲਾਂ ਵੀ ਤੁਸੀਂ ਦੇਖ ਚੁੱਕੇ ਹੋ। ਸਰਲ ਵਿਧੀ ਸਰਲ ਅੱਖਰਾਂ ਤੋਂ ਸਟਾਰਟ ਕੀਤਾ ਜਾਂਦਾ ਤੇ ਬਾਅਦ 'ਚ ਧੀਰੇ ਧੀਰੇ ਉਹਨੂੰ ਕਠਿਨ ਸ਼ਬਦਾਂ ਦੇ ਵਿੱਚ ਪ੍ਰੋਵਾਈਡ ਕਰਾ ਦਿੱਤਾ ਜਾਂਦਾ। ਉਸ ਤੋਂ ਬਾਅਦ ਆਉਂਦੀ ਹੈ ਪ੍ਰਸਥਾਪਨ ਵਿਧੀ। ਤੇ ਇਸ 'ਚ ਕੀ ਹੁੰਦਾ ਕਿ ਇੱਕ ਸਿੱਖਾਂ ਦੇ ਨਾਲ ਦੇ ਆਪੇ ਅੱਖਰ ਆਪੇ, ਮਤਲਬ ਕਿ ਇੱਕ ਸਿਖਾ ਦਿੰਦੇ ਆ ਅੱਖਰ ਕਿ ਤੁਸੀਂ ਐਵੇਂ ਬਣਾਓ, ਫਿਰ ਉਹ ਕੀ ਕਰਦੇ ਆ ਆਪੇ ਅਗਲੇ ਅੱਖਰ ਬਣਾਉਣ ਲੱਗ ਜਾਂਦੇ ਆ, ਠੀਕ ਹੈ, ਜਿਹੜੇ ਉਹਦੇ ਨਾਲ ਰਿਲੇਟਡ ਹੁੰਦੇ ਆ। ਉਸ ਤੋਂ ਬਾਅਦ ਹੁੰਦਾ ਸ਼ਬਦ ਵਿਧੀ। ਸ਼ਬਦ ਵਿਧੀ ਕੀ ਹੁੰਦਾ, ਜਿਹਦੇ ਵਿੱਚ ਚਿੱਤਰਾਂ ਦੇ ਮਾਧਿਅਮ ਤੋਂ ਬੱਚਾ ਲਿਖਣਾ ਸਿੱਖਦਾ, ਉਹਨਾਂ ਦੇ ਸਾਹਮਣੇ ਚਿੱਤਰਾਂ ਨੂੰ ਲਿਖ ਕੇ ਰੱਖ ਦਿੱਤਾ ਜਾਂਦਾ ਕਿ ਇਹਨੂੰ ਵੇਖ ਵੇਖ ਕੇ ਆਪਦੀ ਕਾਪੀ ਚਲਾਓ ਜਾਂ ਸਲੇਟ ਤੇ ਲਿਖੋ, ਉਹ ਚੀਜ਼ਾਂ ਹੁੰਦੀਆਂ ਹਨ। ਉਸ ਤੋਂ ਬਾਅਦ ਹੁੰਦਾ ਵਾਕ ਵਿਧੀ। ਵਾਕ ਵਿਧੀ ਕਿਹੜੀ ਹੁੰਦੀ ਹੈ, ਜਿਹਦੇ 'ਚ ਵਾਕ ਲਿਖ ਦਿੱਤਾ ਜਾਂਦਾ ਇੱਕ ਪੂਰਾ, ਉਹਨੂੰ ਵੇਖ ਵੇਖ ਕੇ ਲਿਖਣਾ ਹੁੰਦਾ। ਪੂਰਨਿਆਂ ਤੇ ਲਿਖਣਾ, ਇਹਦੇ 'ਚ ਕੀ ਹੁੰਦਾ ਕਿ ਜਿਵੇਂ ਛੋਟਾ ਪਹਿਲੀ ਦੂਜੀ ਕਲਾਸ ਦਾ ਜਵਾਕ ਉਹਨੂੰ 1 2 3 4 ਸਲੇਟ ਤੇ ਲਿਖ ਕੇ ਦਿੰਦੇ ਆ, ਉਸ ਤਰੀਕੇ ਤੋਂ ਸਟਾਰਟ ਕਰਵਾਇਆ ਜਾਂਦਾ, ਉਹ ਪੂਰਨਿਆਂ ਤੇ ਲਿਖਿਆ ਜਾਂਦਾ। ਪੂਰਨਿਆਂ ਦਾ ਮਤਲਬ ਹੁੰਦਾ ਸਲੇਟ ਤੇ। ਤਾਂ ਤੁਹਾਨੂੰ ਆ ਵੀਡੀਓ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਕਰਿਓ ਵੀਡੀਓ ਨੂੰ, ਚੈਨਲ ਨੂੰ ਸਬਸਕ੍ਰਾਈਬ ਕਰਿਓ, ਤੇ ਹੋਰ ਵੀ ਵੀਡੀਓ ਤੁਹਾਡੇ ਵਾਸਤੇ ਲਿਆਉਂਦੇ ਰਹਾਂਗੇ, ਤਾਂ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰੋ। ਟੈਲੀਗ੍ਰਾਮ ਵੀ ਜੁਆਇਨ ਕਰ ਸਕਦੇ ਹੋ, ਉੱਥੇ ਤੁਹਾਨੂੰ PDF ਵਗੈਰਾ ਪ੍ਰੋਵਾਈਡ ਕਰਾ ਦਿੱਤੀਆਂ ਜਾਣਗੀਆਂ। ਥੈਂਕ ਯੂ।